ਪ੍ਰਗਟ ਸਿੰਘ ਦੇ ਨਾਵਲ ਬੱਤਖ ਦੇ ਖੰਭਾਂ ਜਿਹੇ ਸਫੇਦ ਦਿਨ ਦਾ ਪਹਿਲਾ ਅੰਕ। ਕਮਰੇ ਵਿੱਚ ਇਕੱਲਾ ਬੈਠਾ ਹਾਂ। ਰਾਤ ਉੱਤਰ ਆਈ ਹੈ। ਬਾਹਰ ਬਹੁਤ ਜ਼ੋਰ ਦੀ ਹਵਾ ਚੱਲ ਰਹੀ ਹੈ, ਕਿਸੇ ਪਾਗਲ ਔਰਤ ਦੀ ਤਰ੍ਹਾਂ ਚੀਕਾਂ ਮਾਰਦੀ, ਦਰੱਖਤਾਂ ਦੇ ਸਿਰ ਝੰਜੋੜਦੀ, ਖਿੜਕੀਆਂ ਦਰਵਾਜ਼ਿਆਂ 'ਤੇ ਜ਼ੋਰਦਾਰ ਧੱਫੇ ਮਾਰਦੀ ਹੋਈ, ਅੰਨੇ ਜੋਸ਼ ਨਾਲ ਜਦੋਂ ਕਿਸੇ ਰੁੱਖ ਨੂੰ ਆਪਣੀ ਮਜ਼ਬੂਤ ਪਕੜ ਵਿੱਚ ਲੈ ਕੇ ਝਟਕਾ ਦਿੰਦੀ ਹੈ, ਦਰਖਤ ਦਾ ਟਾਹਣ ਕੜਕ ਕਰਕੇ ਟੁੱਟ ਜਾਂਦਾ ਹੈ। ਕਿੰਨੇ ਹੀ ਬਿਜਲੀ ਦੇ ਖੰਭੇ ਕੱਚੀਆਂ ਟਹਿਣੀਆਂ ਵਾਂਗ ਝੁਕ ਗਏ ਹਨ। ਸਾਰਾ ਸ਼ਹਿਰ ਹਨੇਰੇ ਵਿੱਚ ਡੁੱਬਿਆ ਹੋਇਆ ਹੈ, ਪਰ ਮੇਰੇ ਕਮਰੇ ਦੀ ਮੋਮਬੱਤੀ ਮੇਜ਼ 'ਤੇ ਪਈ ਚੁੱਪਚਾਪ ਜਲ ਰਹੀ ਹੈ। ਜਦ ਤੱਕ ਬਿਜਲੀ ਨਹੀਂ ਆਵੇਗੀ, ਇਹਦੀ ਨਿੱਕੀ ਜਿਹੀ ਲਾਟ ਹਨੇਰੇ ਦੀ ਹਿੱਕ 'ਤੇ ਇੱਦਾਂ ਹੀ ਚਾਨਣ ਬਖੇਰਦੀ ਰਹੇਗੀ। ਮੈਨੂੰ ਕਦੀ-ਕਦੀ ਇੰਜ ਇਕੱਲਾ ਬੈਠਣਾ ਚੰਗਾ ਨਹੀਂ ਲੱਗਦਾ। ਮੈਂ ਜਦ ਵੀ ਇਕੱਲਾ ਬੈਠਦਾ ਹਾਂ, ਕੁਝ ਦੇਰ ਬਾਅਦ ਹੀ ਮੈਂ ਇਕੱਲਾ ਨਹੀਂ ਰਹਿੰਦਾ। ਮੇਰੇ ਅੰਦਰੋਂ ਇੱਕ ਪਰਿਚਿਤ ਵਿਅਕਤੀ ਚੁਪਕੇ ਜਿਹੇ ਬੜੇ ਸਹਿਜ ਢੰਗ ਨਾਲ ਮੇਰੇ ਸਾਹਮਣੇ ਆ ਬੈਠਦਾ ਹੈ। ਇਕੱਲ ਦੇ ਛਿਨਾਂ ਵਿੱਚ ਉਹਦਾ ਮੇਰੇ ਕੋਲ ਹੋਣਾ ਮੈਨੂੰ ਬਹੁਤ ਚੰਗਾ ਲੱਗਦਾ ਹੈ। ਉਹ ਹਲਕਾ ਜਿਹਾ ਮੁਸਕਰਾ ਕੇ ਮੇਰਾ ਹੱਥ ਆਪਣੇ ਹੱਥ ਵਿੱਚ ਘੁੱਟਦਾ ਹੈ ਅਤੇ ਫਿਰ ਮੈਨੂੰ ਲੈ ਕੇ ਅਤੀਤ ਵੱਲ ਤੁਰ ਪੈਂਦਾ ਹੈ। ਅਸੀਂ ਕਿੰਨੀ ਹੀ ਦੇਰ ਤੱਕ ਸਮੇਂ ਦੀ ਧੁੰਦ ਨੂੰ ਚੀਰਦੇ ਹੋਏ ਉਹਨਾਂ ਹੀ ਰਾਹਾਂ 'ਤੇ ਤੁਰ ਪੈਂਦੇ ਹਾਂ ਜਿਨ੍ਹਾਂ ਉੱਪਰ ਦੀ ਕਦੀ ਚੱਲ ਕੇ ਆਏ ਸਾਂ। ਇਹਨਾਂ ਰਾਹਾਂ 'ਤੇ ਮੈਨੂੰ ਆਪਣੇ ਪੈਰਾਂ ਦੇ ਨਿਸ਼ਾਨ ਸਪਸ਼ਟ ਦਿਸਦੇ ਹਨ, ਪਰ ਜਿਵੇਂ-ਜਿਵੇਂ ਅਗਾਂਹ ਤੁਰਦਾ ਹਾਂ, ਨਿਸ਼ਾਨ ਮੱਧਮ ਹੁੰਦੇ ਚਲੇ ਜਾਂਦੇ ਹਨ। ਸੋਚਦੇ ਹਾਂ, ਦਿਨ ਕਿਵੇਂ ਬਗਲਿਆਂ ਦੀਆਂ ਡਾਰਾਂ ਵਾਂਗ ਇੱਕ-ਇੱਕ ਕਰਕੇ ਉੱਡਦੇ ਚਲੇ ਜਾਂਦੇ ਹਨ। ਅਸੀਂ ਆਪਣੇ ਹੱਥਾਂ ਵਿੱਚੋਂ ਤਿਲਕ ਕੇ ਉੱਡੇ ਜਾ ਰਹੇ ਦਿਨਾਂ ਨੂੰ ਦੇਖਦੇ ਰਹਿੰਦੇ ਹਾਂ, ਬੇਵੱਸ ਜਿਹੇ। ਹਰ ਦਿਨ ਦਾ ਚਿਹਰਾ ਇੱਕ ਦੂਜੇ ਤੋਂ ਵੱਖਰਾ ਹੁੰਦਾ ਹੈ। ਕਈ ਦਿਨ ਇੱਕੋ ਥਾਂ ਖਲੋ ਕੇ ਸੱਪ ਵਾਂਗ ਫੁੰਕਾਰਦੇ ਹਨ ਅਤੇ ਸਾਨੂੰ ਬਾਰ-ਬਾਰ ਡੱਸਦੇ ਹਨ। ਡੰਗ ਖਾ ਕੇ ਸਾਡੀਆਂ ਨਸਾਂ ਦਾ ਖੂਨ ਨੀਲਾ ਪੈ ਜਾਂਦਾ ਹੈ। ਪਰ ਕਈ ਦਿਨ ਅਜਿਹੇ ਵੀ ਹੁੰਦੇ ਹਨ ਜੋ ਸਾਡੀ ਜ਼ਿੰਦਗੀ ਵਿੱਚ ਖੁਸ਼ਬੂ ਬਿਖੇਰ ਕੇ ਚਲੇ ਜਾਂਦੇ ਹਨ। ਮਹੀਨੇ ਵਰ੍ਹੇ ਗੁਜ਼ਰ ਜਾਣ ਪਿੱਛੋਂ ਵੀ ਇਹ ਮਹਿਕ ਮਰਦੀ ਨਹੀਂ। ਇਹਨਾਂ ਦਿਨਾਂ ਨੂੰ ਯਾਦ ਕਰਕੇ ਅਸੀਂ ਮਹਿਕ ਦੀਆਂ ਘੁੱਟਾਂ ਭਰਦੇ ਹਾਂ। ਮੇਰੀ ਜ਼ਿੰਦਗੀ ਵਿੱਚ ਗਵਰਨਮੈਂਟ ਕਾਲਜ ਆਫ ਐਜੂਕੇਸ਼ਨ ਭੋਪਾਲ ਦੇ ਦਿਨ ਅਜਿਹੇ ਹੀ ਦਿਨ ਸਨ। ਜਦੋਂ ਉਹਨਾਂ ਦਿਨਾਂ ਨੂੰ ਯਾਦ ਕਰਦਾ ਹਾਂ ਤਾਂ ਕਿੰਨੇ ਹੀ ਚਿਹਰੇ ਸਿਮਰਤੀ ਵਿੱਚ ਉੱਭਰ ਆਉਂਦੇ ਹਨ, ਪਰ ਇਹਨਾਂ ਚਿਹਰਿਆਂ ਵਿੱਚੋਂ ਜੋ ਚਿਹਰਾ ਮੈਨੂੰ ਬਹੁਤ ਆਪਣਾ ਲੱਗਦਾ ਹੈ, ਉਹ ਚਿਹਰਾ ਤੇਰਾ ਹੈ ਸੰਤੋਸ਼। ਜ਼ਿੰਦਗੀ ਦੇ ਲੰਮੇ ਸਫ਼ਰ ਵਿੱਚ ਇੱਕ ਨਿੱਕਾ ਜਿਹਾ ਫਾਸਲਾ ਤੂੰ ਮੇਰੇ ਨਾਲ ਤੈਅ ਕੀਤਾ ਸੀ ਅਤੇ ਫਿਰ ਇੱਕ ਮੋੜ 'ਤੇ ਮੇਰੇ ਨਾਲੋਂ ਵੱਖ ਹੋ ਗਈ ਸੈਂ। ਮੈਂ ਜਾਣਦਾ ਹਾਂ ਤੂੰ ਹੁਣ ਮੈਨੂੰ ਕਦੇ ਨਹੀਂ ਮਿਲਣਾ। ਤੇਰੀ ਯਾਦ ਹੀ ਮੇਰੀ ਧਰੋਹਰ ਹੈ। ਤੇਰੇ ਨਾਲ ਬਿਤਾਏ ਦਿਨਾਂ ਵਿੱਚੋਂ ਅੱਜ ਫਿਰ ਗੁਜ਼ਰ ਰਿਹਾ ਹਾਂ। ਮੈਂ ਜਦ ਵੀ ਇਹਨਾਂ ਦਿਨਾਂ ਵਿੱਚ ਦੀ ਗੁਜ਼ਰਦਾ ਹਾਂ ਤਾਂ ਮਨ ਨੂੰ ਸਕੂਨ ਜਿਹਾ ਮਿਲਦਾ ਹੈ। ਉਹ ਦਿਨ ਹੁਣ ਵੀ ਜਿਵੇਂ ਕਬੂਤਰਾਂ ਦੀ ਡਾਰ ਵਾਂਗ ਮੇਰੀ ਜ਼ਿੰਦਗੀ ਦੇ ਬਨੇਰੇ 'ਤੇ ਉਵੇਂ ਦੇ ਉਵੇਂ ਬੈਠੇ ਹਨ। ਮੈਂ ਜਾਣਦਾ ਹਾਂ ਇਹ ਤਾਂ ਕੇਵਲ ਉਹਨਾਂ ਦੀ ਪਰਛਾਈ ਹਨ, ਉਹਨਾਂ ਦਿਨਾਂ ਦੀ ਯਾਦ ਦੀ ਪਰਛਾਈ। ਜਿਵੇਂ ਰੇਤ ਉੱਤੇ ਤੁਰਨ ਪਿੱਛੋਂ ਕਦਮਾਂ ਦੇ ਨਿਸ਼ਾਨ ਰਹਿ ਜਾਂਦੇ ਹਨ, ਇਹ ਸਮੇਂ ਦੀ ਹਿੱਕ 'ਤੇ ਉਹਨਾਂ ਹਸੀਨ ਦਿਨਾਂ ਦੇ ਨਿਸ਼ਾਨ ਹੀ ਹਨ। ਮੇਰੇ ਇਹਨਾਂ ਦਿਨਾਂ ਵਿੱਚ ਸਭ ਤੋਂ ਵੱਧ ਰੰਗ ਭਰਨ ਵਾਲੀ ਕੁੜੀ ਤੂੰ ਹੀ ਸੈਂ। ਜ਼ਿੰਦਗੀ ਦੇ ਇਸ ਨਿੱਕੇ ਸਫ਼ਰ ਵਿੱਚ ਮੈਂ ਤੈਨੂੰ ਕਿੰਨਾ ਕੁਝ ਕਿਹਾ ਸੀ। ਕਈ ਵਾਰ ਲੱਗਦਾ ਤੈਨੂੰ ਬਹੁਤ ਕੁਝ ਕਹਿ ਕੇ ਵੀ ਮੈਂ ਕੁਝ ਨਹੀਂ ਸੀ ਕਹਿ ਸਕਿਆ। ਕਈ ਵਾਰ ਮੈਂ ਤੈਨੂੰ ਕੁਝ ਨਹੀਂ ਸੀ ਕਹਿੰਦਾ ਅਤੇ ਮੇਰੀ ਇਹ ਚੁੱਪ ਬਹੁਤ ਕੁਝ ਕਹਿ ਜਾਂਦੀ ਸੀ ਤੈਨੂੰ। ਪਰ ਅਸੀਂ ਆਪਣੀ ਪੂਰੀ ਗੱਲ ਕਦ ਕਹਿ ਪਾਉਂਦੇ ਹਾਂ ਸੰਤੋਸ਼? ਕਿੰਨੀਆਂ ਗੱਲਾਂ ਕਹਿ ਕੇ ਵੀ ਬਹੁਤ ਸਾਰੇ ਅਣਕਹੇ ਦਾ ਅਹਿਸਾਸ ਬਣਿਆ ਰਹਿੰਦਾ ਹੈ। ਸ਼ਾਇਦ ਇਸ ਕਾਰਨ ਹੀ ਅੱਜ ਫਿਰ ਵਰ੍ਹਿਆਂ ਪਿੱਛੋਂ ਤੈਨੂੰ ਸੰਬੋਧਿਤ ਕਰ ਰਿਹਾ ਹਾਂ। ਕਈ ਵਾਰ ਸੋਚਦਾ ਹਾਂ ਕਿ ਕੋਈ ਇਕੱਲਾ ਬੰਦਾ ਪੂਰਾ ਸੰਸਾਰ ਕਿਵੇਂ ਬਣ ਜਾਂਦਾ ਹੈ। ਤੂੰ ਘੁੱਗੀ ਵਾਂਗ ਮੇਰੇ ਉੱਤੇ ਆਪਣੇ ਕੂਲੇ ਖੰਭ ਫੈਲਾ ਦਿੱਤੇ ਸਨ ਅਤੇ ਮੇਰੀ ਸਾਰੀ ਦੁਨੀਆ ਬਹੁਤ ਛੋਟੀ ਹੋ ਕੇ ਤੇਰੇ ਖੰਭਾਂ ਹੇਠ ਸਿਮਟ ਗਈ ਸੀ। ਆਖਿਰ ਕੀ ਸੀ ਤੇਰੇ ਵਿੱਚ ਅਜਿਹਾ? ਕਾਲਜ ਵਿੱਚ ਤਾਂ ਹੋਰ ਵੀ ਬਹੁਤ ਸਾਰੀਆਂ ਕੁੜੀਆਂ ਤੇਰੇ ਨਾਲੋਂ ਵੱਧ ਖੂਬਸੂਰਤ ਸਨ। ਸੁਨੀਤਾ ਬਜਾਜ, ਪ੍ਰੋਮਿਲਾ ਅਤੇ ਸ਼ਹਿਜ਼ਾਦੀ ਕਿੰਨੀਆਂ ਹਸੀਨ ਸਨ ਅਤੇ ਕਿੰਨੀ ਮਿੱਠੀ ਸੀ ਅੰਜੂ ਦੀ ਆਵਾਜ਼। ਪਰ ਹਾਂ, ਉਹਨਾਂ ਕੋਲ ਤੇਰੇ ਜਿਹਾ ਨਿਰਛਲ ਦਿਲ ਨਹੀਂ ਸੀ। ਜਦੋਂ ਹੱਸਦੀ ਸੈਂ ਤਾਂ ਤੂੰ ਹੱਸਦੀ ਹੀ ਚਲੀ ਜਾਂਦੀ ਸੈਂ। ਆਲੇ ਦੁਆਲੇ ਤੋਂ ਬੇਨਿਆਜ਼ ਏਡਾ ਖੂਬਸੂਰਤ ਹਾਸਾ
ਮੈਂ ਫਿਰ ਕਦੇ ਨਹੀਂ ਸੀ ਦੇਖਿਆ। ਜਦ ਤੂੰ ਹੱਸਦੀ ਸੈਂ ਤਾਂ ਤੇਰਾ ਚਿਹਰਾ ਫੁੱਲ ਵਾਂਗ ਖਿੜ ਜਾਂਦਾ ਸੀ, ਅੱਖਾਂ ਅੱਧ ਮੀਟੀਆਂ ਹੋ ਕੇ ਛੋਟੀਆਂ ਹੋ ਜਾਂਦੀਆਂ ਸਨ। ਤੇਰੀ ਸਾਰੀ ਦੇਹ ਮਿੱਠੀ ਕੰਬਣੀ ਨਾਲ ਲਰਜ਼ਦੀ ਰਹਿੰਦੀ ਸੀ। ਲੱਗਦਾ ਸੀ ਤੂੰ ਸਿਰਫ ਹੱਸਣ ਲਈ ਪੈਦਾ ਹੋਈ ਹੈ। ਦੁੱਖਾਂ ਨੇ ਜਿਵੇਂ ਤੇਰੀ ਕਦੀ ਕੰਨੀ ਤੱਕ ਨਹੀਂ ਸੀ ਛੂਹੀ। ਮੈਂ ਤੈਨੂੰ ਮਜ਼ਾਕ ਨਾਲ ਮਸਤ ਮਲੰਗ ਕੁੜੀ ਕਿਹਾ ਕਰਦਾ ਸਾਂ। ਜਦੋਂ ਤੂੰ ਅੱਖਾਂ ਵਿੱਚ ਅੱਖਾਂ ਪਾ ਦਿੰਦੀ ਸੈਂ ਤਾਂ ਮੇਰੇ ਅੰਦਰ ਕਿਧਰੇ ਡੂੰਘੀ ਹੀ ਡੂੰਘੀ ਉਤਰਦੀ ਚਲੀ ਜਾਂਦੀ ਸੈਂ। ਮੈਂ ਅੱਖਾਂ 'ਚ ਭੱਗ ਕੇ ਤੇਰੀ ਨਜ਼ਰ ਦੇ ਜਾਦੂ ਨੂੰ ਤੋੜਦਾ ਸਾਂ, ਪਰ ਇਹਨਾਂ ਕੁਝ ਸਕਿੰਟਾਂ ਵਿੱਚ ਹੀ ਜਿਵੇਂ ਤੂੰ ਮੈਨੂੰ ਅੰਦਰੋਂ ਬਿਲਕੁਲ ਸੱਖਣਾ ਕਰ ਦਿੰਦੀ ਸਾਂ। ਮੇਰੀ ਸਾਰੀ ਦੇਹ ਝੂਠੀ ਪੈ ਜਾਂਦੀ ਸੀ। ਤੇਰੀਆਂ ਅੱਖਾਂ ਵਿੱਚ ਅੱਖਾਂ ਪੈਣ ਨਾਲ ਮੈਂ ਖਾਲੀ ਖਾਲੀ ਕਿਉਂ ਹੋ ਜਾਂਦਾ ਸਾਂ ਸੰਤੋਸ਼? ਅਜਿਹਾ ਕੀ ਸੀ ਤੇਰੀ ਸਿੱਧੀ ਸਾਦੀ ਤੇ ਭੋਲੀ ਜਿਹੀ ਨਿਗਾਹ ਵਿੱਚ? ਹੋਰ ਵੀ ਕਈ ਕੁੜੀਆਂ ਗੱਲ ਕਰਨ ਸਮੇਂ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਲੈਂਦੀਆਂ ਸਨ, ਪਰ ਉਹਨਾਂ ਨਾਲ ਮੇਰੇ ਅੰਦਰ ਇਹ ਹਲਚਲ ਕਿਉਂ ਨਹੀਂ ਸੀ ਹੁੰਦੀ? ਤੇਰੇ ਨਾਲ ਨਿਗਾਹ ਮਿਲਦਿਆਂ ਹੀ ਤੂੰ ਮੇਰੀਆਂ ਅੱਖਾਂ ਥਾਣੀ ਅੰਦਰ ਕਿਵੇਂ ਉਤਰ ਜਾਂਦੀ ਸੈਂ, ਜਿਵੇਂ ਲੱਜ ਰਾਹੀਂ ਕੋਈ ਖੂਹ ਵਿੱਚ ਉਤਰ ਜਾਂਦਾ ਹੈ। ਸੰਤੋਸ਼, ਸਮੋਹਨ ਦੇ ਉਹ ਛਿਣ ਕਿੰਨੇ ਹਸੀਨ ਹੁੰਦੇ ਸਨ। ਸਾਰੀ ਕਾਇਨਾਤ ਸਾਹ ਰੋਕ ਕੇ ਖਲੋ ਜਾਂਦੀ ਸੀ। ਸਾਡੇ ਆਸ-ਪਾਸ ਸਭ ਕੁਝ ਹੁੰਦਿਆਂ ਹੋਇਆਂ ਕੁਝ ਵੀ ਨਹੀਂ ਸੀ ਹੁੰਦਾ। ਸਾਰੀ ਦੁਨੀਆ ਕਿਸੇ ਜਾਦੂ ਮਹਿਲ ਵਾਂਗ ਅਲੋਪ ਹੋ ਜਾਂਦੀ ਸੀ ਤੇ ਰਹਿ ਜਾਂਦੇ ਸਾਂ ਅਸੀਂ ਦੋਵੇਂ ਸਮੁੰਦਰ ਵਿੱਚੋਂ ਉਭਰੀਆਂ ਦੋ ਚਟਾਨਾਂ ਵਾਂਗ, ਕੱਲ ਮਕੱਲੇ, ਇੱਕ ਦੂਜੇ ਦੀਆਂ ਅੱਖਾਂ ਵਿੱਚ ਡੂੰਘੇ ਹੀ ਡੂੰਘੇ ਉਤਰਦੇ ਹੋਏ, ਅਦਭੁਤ ਰੰਗਾਂ ਦੀਆਂ ਨਦੀਆਂ 'ਤੇ ਤੈਰਦੇ ਹੋਏ, ਇੱਕ ਅਨੂਠੀ ਮਦਹੋਸ਼ ਕਰ ਦੇਣ ਵਾਲੀ ਖੁਸ਼ਬੂ ਵਿੱਚ ਡੁੱਬੇ ਹੋਏ। ਸੰਤੋਸ਼, ਕੀ ਸਮਾਂ ਸੱਚਮੁੱਚ ਰੁਕ ਜਾਂਦਾ ਸੀ ਉਸ ਵੇਲੇ? ਨਹੀਂ, ਸਮਾਂ ਤਾਂ ਤਦ ਵੀ ਗੁਜ਼ਰਦਾ ਰਹਿੰਦਾ ਸੀ, ਪਰ ਉਹ ਆਪਣਾ ਰੁੱਖ ਬਦਲ ਲੈਂਦਾ ਸੀ। ਉਹ ਬਹੁਤ ਸੰਭਲ ਕੇ ਬਗੈਰ ਆਵਾਜ਼ ਕੀਤਿਆਂ ਇੰਜ ਚੱਲਦਾ ਸੀ ਜਿਵੇਂ ਚੋਰ ਜੁੱਤੀ ਉਤਾਰ ਕੇ ਆਵਾਜ਼ ਕੀਤੇ ਬਿਨਾਂ ਕਿਸੇ ਦੇ ਘਰ ਵਿੱਚੋਂ ਨਿਕਲ ਜਾਂਦਾ ਹੈ, ਜਿਵੇਂ ਪੁਲ ਦੇ ਹੇਠੋਂ ਪਾਣੀ ਦੀ ਧਾਰ ਚੁੱਪਚਾਪ ਗੁਜ਼ਰਦੀ ਰਹਿੰਦੀ ਹੈ। ਹਾਂ, ਸਮਾਂ ਨਹੀਂ ਸੀ ਰੁਕਿਆ। ਦਿਨ ਹਮੇਸ਼ਾ ਵਾਂਗ ਹੀ ਚੜ੍ਹਦਾ ਤੇ ਡੁੱਬਦਾ ਰਿਹਾ ਸੀ, ਪਰ ਉਹ ਦਿਨ ਅੱਜ ਦੇ ਦਿਨਾਂ ਨਾਲੋਂ ਭਿੰਨ ਸਨ। ਹਰ ਦਿਨ ਦੀ ਆਪਣੀ ਖੂਬਸੂਰਤੀ ਸੀ। ਜੰਗਲ ਵਿੱਚ ਵਿਚਰਦੇ ਰੰਗ ਬਿਰੰਗੇ ਪੰਛੀਆਂ ਵਾਂਗ, ਤੇ ਹਰ ਰੋਜ਼ ਸਾਡੇ ਹੱਥਾਂ ਵਿੱਚੋਂ ਦਿਨ ਦਾ ਇੱਕ ਪੰਛੀ ਉੜ ਜਾਂਦਾ ਸੀ। ਅਸੀਂ ਦੂਰ ਆਕਾਸ਼ ਵਿੱਚ ਝਿਲਮਿਲਾਉਂਦੇ ਉਹਦੇ ਹੁਸੀਨ ਪਰਾਂ ਨੂੰ ਤੱਕਦੇ ਰਹਿੰਦੇ ਸਾਂ, ਤੇ ਇਸੇ ਤਰ੍ਹਾਂ ਬੱਤਖ ਤੇ ਪਰਾਂ ਜਿਹੇ ਸਫੇਦ ਦਿਨ ਇੱਕ ਇੱਕ ਕਰਕੇ ਉੱਡਦੇ ਰਹੇ ਸਨ। ਸੰਤੋਸ਼, ਜਦ ਤੂੰ ਮੇਰੇ ਨਾਲ ਸੈਂ, ਮੈਂ ਤੇਰੇ ਨਾਲ ਬਹੁਤੀਆਂ ਗੱਲਾਂ ਨਹੀਂ ਸਾਂ ਕਰਦਾ। ਮੈਂ ਆਬਸਾਰ ਵਿੱਚੋਂ ਡਿੱਗਦੇ ਪਾਣੀ ਵਾਂਗ ਤੇਰੇ ਹਾਸੇ ਵਿੱਚ ਨਹਾਉਂਦਾ ਰਹਿੰਦਾ ਸਾਂ। ਜਦੋਂ ਤੂੰ ਕਾਲਜ ਦੇ ਗੇਟ ਅੰਦਰ ਪੈਰ ਰੱਖਦੀ ਸੈਂ, ਤੇਰੀ ਪਿਆਰੀ ਮੁਸਕਾਨ ਇੱਕ ਮਹਿਕ ਵਾਂਗ ਸਾਰੇ ਕਾਲਜ ਵਿੱਚ ਫੈਲ ਜਾਂਦੀ ਸੀ। ਫੁੱਲਾਂ ਦੇ ਰੰਗ ਹੋਰ ਸ਼ੋਖ ਹੋ ਜਾਂਦੇ ਸਨ, ਹਵਾ ਵਿੱਚ ਨਜ਼ਾਕਤ ਆ ਜਾਂਦੀ ਸੀ। ਫੈਂਸਿੰਗ ਦੇ ਨਾਲ ਨਾਲ ਖੜੇ ਰੁੱਖ ਕਿਸੇ ਮਸਤੀ ਵਿੱਚ ਝੂਮਣ ਲੱਗ ਪੈਂਦੇ ਸਨ। ਸਿਰਫ ਇੰਨਾ ਹੀ ਨਹੀਂ, ਲੱਗਦਾ ਸੀ ਤੇਰੀ ਹੋਂਦ ਸਾਰੇ ਭੋਪਾਲ 'ਤੇ ਫੈਲ ਗਈ ਸੀ। ਸਾਰਾ ਸ਼ਹਿਰ ਮੈਨੂੰ ਆਪਣਾ ਆਪਣਾ ਲੱਗਦਾ ਸੀ। ਜਦ ਵੀ ਮੈਂ ਉੱਚੀਆਂ ਨੀਵੀਆਂ ਪਹਾੜੀਆਂ 'ਤੇ ਬਿਖਰੇ ਇਸ ਸ਼ਹਿਰ ਨੂੰ ਦੇਖਦਾ ਸਾਂ ਤਾਂ ਦਿਲ ਕਰਦਾ ਸੀ ਸਾਰੇ ਸ਼ਹਿਰ ਨੂੰ ਬਾਹਾਂ ਵਿੱਚ ਭਰ ਲਵਾਂ। ਤੈਨੂੰ ਯਾਦ ਹੋਵੇਗਾ, ਇਹੀ ਗੱਲ ਮੈਂ ਤੈਨੂੰ ਕਾਲਜ ਦੇ ਲਾਅਨ ਵਿੱਚ ਕਹੀ ਸੀ। ਪਹਿਲਾਂ ਤੂੰ ਬੈਠੀ ਚੁੱਪਚਾਪ ਸੁਣਦੀ ਰਹੀ ਸੈਂ, ਮੇਰੇ ਚਿਹਰੇ 'ਤੇ ਨਿਗਾਹ ਟਿਕਾਈ। ਸਰ, ਉਹ ਛੋਟਾ ਜਿਹਾ ਸੰਸਾਰ ਨਾਂ ਦੀ ਕਵਿਤਾ ਸੁਣਾਓ, ਤੂੰ ਗੱਲ ਟਾਲਣ ਦੇ ਲਹਿਜੇ ਨਾਲ ਕਿਹਾ ਸੀ। ਸੰਤੋਸ਼, ਦਿਲ ਕਰਦਾ ਤੈਨੂੰ ਲੈ ਕੇ ਕਿਧਰੇ ਦੂਰ ਚਲਿਆ ਜਾਵਾਂ। ਤੇਰੀ ਗੱਲ ਦਾ ਉੱਤਰ ਦਿੱਤੇ ਬਗੈਰ ਮੈਂ ਕਿਹਾ। ਮੇਰੀ ਆਵਾਜ਼ ਜਜ਼ਬੇ ਦੇ ਬੋਝ ਨਾਲ ਹਲਕੀ ਜਿਹੀ ਲਰਜ਼ ਰਹੀ ਸੀ। ਇਹ ਕਿਹੜੀ ਫਿਲਮ ਦਾ ਡਾਇਲੌਗ ਚੋਰੀ ਕੀਤਾ ਸਰ? ਤੂੰ ਮੁਸਕਰਾਈ ਸੈਂ। ਮੈਂ ਸੱਚ ਕਹਿਣਾ ਸੰਤੋਸ਼। ਮੇਰੀ ਨਿਗਾਹ ਤੇਰੇ ਲੰਬੂਤਰੇ ਚਿਹਰੇ 'ਤੇ ਟਿਕੀ ਹੋਈ ਸੀ, ਤੇ ਮੈਂ ਅੱਖਾਂ ਹੀ ਅੱਖਾਂ ਨਾਲ ਘੁੱਟਾਂ ਭਰ ਭਰ ਤੈਨੂੰ ਪੀ ਰਿਹਾ ਸਾਂ। ਕੀ ਕਰੋਗੇ ਮੈਨੂੰ ਲਿਜਾ ਕੇ? ਤੇਰੇ ਸ਼ਬਦ ਇਸ ਤਰ੍ਹਾਂ ਸੁਣੇ ਸਨ ਜਿਵੇਂ ਕੋਈ ਦੂਰ ਤੋਂ ਆਵਾਜ਼ ਮਾਰਦਾ ਹੈ। ਤੇਰੀ ਨਜ਼ਰ ਨੇ ਮੈਨੂੰ ਫਿਰ ਬੁੱਤ ਬਣਾ ਦਿੱਤਾ ਸੀ। ਤੂੰ ਅੱਖਾਂ ਥਾਣੀ ਮੇਰੇ ਅੰਦਰ ਡੂੰਘੀ ਹੀ ਡੂੰਘੀ ਉਤਰਦੀ ਚਲੀ ਗਈ ਸੈਂ। ਜਦੋਂ ਮੇਰੀ ਹੋਸ਼ ਪਰਤੀ, ਤੂੰ ਮੇਰੇ ਸਾਹਮਣੇ ਖੜੀ ਸੈਂ, ਝਿੱਜਣ ਦੀ ਛੱਟੀ ਵਾਂਗ ਲੰਮੀ। ਤੂੰ ਝੁੱਕ ਕੇ ਧਰਤੀ 'ਤੇ ਪਿਆ ਪਰਸ ਤੇ ਕਿਤਾਬਾਂ ਚੁੱਕੀਆਂ। ਮੈਂ ਚੁੱਪਚਾਪ ਬੈਠਾ ਤੱਕਦਾ ਰਿਹਾ। ਖੜਾ ਹੋਣ ਦੀ ਜਿਵੇਂ ਹਿੰਮਤ ਨਹੀਂ ਸੀ ਰਹੀ। ਤੂੰ ਬਹੁਤ ਹੌਲੀ ਹੌਲੀ ਤੁਰ ਰਹੀ ਸੈਂ।
ਬਾਹਾਂ ਵਿੱਚ ਪਰਸ ਝੂਮ ਰਿਹਾ ਸੀ। ਕੰਨਾਂ ਵਿੱਚ ਰਿੰਗ ਹੌਲੀ-ਹੌਲੀ ਹਿੱਲ ਰਹੇ ਸਨ, ਜਿਵੇਂ ਸਾਹਮਣੇ ਕੋਈ ਖੂਬਸੂਰਤ ਸੁਪਨਾ ਤੁਰਿਆ ਜਾ ਰਿਹਾ ਹੋਵੇ। ਸਰ, ਮੈਂ ਤੁਹਾਡੇ ਲਈ ਇੱਕ ਚੀਜ਼ ਲਿਆਈ ਆ, ਇੱਕ ਦਿਨ ਤੂੰ ਕਿਹਾ ਸੀ। ਕੀ? ਮੈਂ ਪੁੱਛਿਆ। ਉੱਧਰ ਆਓ ਨਾ, ਪਹਿਲਾਂ ਤੂੰ ਲਾਉਣ ਵੱਲ ਲੈ ਗਈ ਸੈਂ। ਦੱਸ ਤਾਂ ਸਹੀ, ਕੀ ਚੀਜ਼ ਲਿਆਈ ਆ ਬਈ? ਮੇਰੀ ਉਤਸੁਕਤਾ ਵੱਧ ਗਈ ਸੀ। ਤੂੰ ਝੋਲੇ ਵਿੱਚੋਂ 2 ਛੱਲੀਆਂ ਕੱਢੀਆਂ ਸਨ, ਇੱਕ ਆਪਣੇ ਲਈ, ਇੱਕ ਮੇਰੇ ਲਈ। ਦੱਤ ਤੇਰੇ ਦੀ, ਮੈਂ ਹੱਸਿਆ ਸਾਂ। ਕਿਉਂ ਸਰ, ਛੱਲੀ ਨਹੀਂ ਚੱਬਦੇ? ਚੱਬਾਂਗਾ ਬਈ, ਜਦ ਤੂੰ ਪਿਆਰ ਨਾਲ ਲਿਆਈਏ ਘਰੋਂ। ਅਸੀਂ ਦੋਵੇਂ ਬਹਿ ਕੇ ਛੱਲੀ ਚੱਬਣ ਲੱਗ ਪਏ ਸਾਂ। ਸੰਤੋਸ਼, ਕਦੀ ਸਾਨੂੰ ਵੀ ਛੱਲੀ ਚਬਾ ਦਿਆ ਕਰ, ਸਾਡੇ ਲਾਗੇ ਦੀ ਮਿਊਜ਼ਿਕ ਰੂਮ ਵੱਲ ਜਾਂਦੇ ਸੋਨੀ ਨੇ ਕਿਹਾ ਸੀ। ਤੂੰ ਆਪਣੀ ਛੱਲੀ ਨਾਲੋਂ ਅੱਧੀ ਛੱਲੀ ਤੋੜ ਕੇ ਸੋਨੀ ਨੂੰ ਦੇ ਦਿੱਤੀ ਸੀ। ਫਿਰ ਬਾਅਦ ਵਿੱਚ ਤਾਂ ਤੇਰਾ ਬੈਗ ਜਾਦੂ ਦੀ ਪਟਾਰੀ ਬਣ ਗਿਆ ਸੀ। ਮੈਂ ਜਦ ਵੀ ਉਸ ਵਿੱਚ ਹੱਥ ਪਾਉਂਦਾ ਸਾਂ ਤਾਂ ਕੁਝ ਨਾ ਕੁਝ ਨਿਕਲ ਆਉਂਦਾ ਸੀ, ਕਦੀ ਬੇਰ, ਕਦੀ ਟਾਫੀਆਂ, ਕਦੀ ਭੁੰਨੇ ਹੋਏ ਦਾਣੇ। ਤੈਨੂੰ ਯਾਦ ਹੈ ਨਾ, ਇੱਕ ਦਿਨ ਰਿਸੈਸ ਦੇ ਸਮੇਂ ਮੈਂ ਤੈਨੂੰ ਪੁੱਛਿਆ ਸੀ, ਤੇਰਾ ਘਰ ਕਿੱਥੇ ਹੈ ਭੋਪਾਲ ਵਿੱਚ? ਕਮਲਾ ਪਾਰਕ ਕੋਲ। ਤੁਸੀਂ ਆਵੋਗੇ ਸਰ? ਬਾਜ਼ਾਰ ਉੱਥੋਂ ਕਿੰਨੀ ਕੁ ਦੂਰ ਹੈ? ਬਿਲਕੁਲ ਨਜ਼ਦੀਕ ਹੈ। ਅੱਛਾ, ਮੇਰੇ ਲਈ ਇੱਕ ਚੀਜ਼ ਲਿਆ ਦੇਣੀ। ਮੈਂ ਤੈਅ ਕੀਤੀ ਕਾਗਜ਼ ਦੀ ਚਿੱਟ ਤੈਨੂੰ ਫੜਾ ਦਿੱਤੀ ਸੀ। ਤੇਰੇ ਨਾਲ ਤੇਰੀ ਸਹੇਲੀ ਸਲਮਾ ਵੀ ਖੜੀ ਸੀ। ਤੂੰ ਚਿੱਟ ਖੋਲ੍ਹ ਕੇ ਪੜ੍ਹੀ ਤੇ ਕਾਹਲੀ ਨਾਲ ਜੇਬ ਵਿੱਚ ਪਾ ਲਈ ਸੀ। ਜ਼ਰੂਰ ਲਿਆਈ, ਮੈਂ ਅੱਖਾਂ ਵਿੱਚ ਸ਼ਰਾਰਤ ਭਰ ਕੇ ਕਿਹਾ ਸੀ। ਤੂੰ ਇੱਕ ਵਾਰ ਸਿੱਧਾ ਮੇਰੀਆਂ ਅੱਖਾਂ ਵਿੱਚ ਦੇਖਿਆ ਸੀ। ਕਿੰਨੇ ਹੀ ਭਾਵ ਸਨ ਤੇਰੀ ਨਿਗਾਹ ਵਿੱਚ, ਤੇ ਫਿਰ ਤੂੰ ਪਰਾਂ ਵੱਲ ਨੂੰ ਤੁਰ ਪਈ ਸੈਂ ਹੌਲੀ-ਹੌਲੀ। ਕੀ ਮੰਗਾਇਆ ਸੀ ਯਾਰ? ਤੇਰੇ ਜਾਣ ਪਿੱਛੋਂ ਸੋਨੀ ਮੇਰਾ ਹੱਥ ਘੁੱਟਦਾ ਹੋਇਆ ਬੜੀ ਉਤਸੁਕਤਾ ਨਾਲ ਪੁੱਛ ਰਿਹਾ ਸੀ। ਸੋਨੀ ਦੀ ਕਾਪੀ ਫੜ ਕੇ ਮੈਂ ਉਸ ਉੱਪਰ 3 ਅੱਖਰਾਂ ਦਾ ਉਹੀ ਸ਼ਬਦ ਲਿਖ ਦਿੱਤਾ। ਪੜ੍ਹ ਕੇ ਉਹਨੇ ਹੈਰਾਨੀ ਨਾਲ ਮੇਰੇ ਵੱਲ ਦੇਖਿਆ ਤੇ ਫਿਰ ਠਹਾਕਾ ਮਾਰ ਕੇ ਹੱਸ ਪਿਆ। ਕਾਪੀ ਉੱਤੇ ਲਿਖਿਆ ਸ਼ਬਦ ਸੀ ਜ਼ਹਿਰ।